अंदर बहुत ज़्यादा है ना कि मैं ब्रह्म हाँ, तो इस तरीके दे नाल ਇਹਨੂੰ ब्राह्मण कहा जाता है। ताने अब महान चंडाल सो लईए, तो ਜਿਹੜਾ ਸਰੀਰ ਦਾ ਹੰਕਾਰ ਕਰੇ ਉਹਨੂੰ ਚੰਡਾਲ ਕਿਹਾ। ਇੱਥੇ ਮਹਾਰਾਜ ਇਹ ਸਮਝਾਉਂਦੇ ਨੇ ਕਿ ਇਹ ਨਹੀਂ ਹੁੰਦਾ ਕਿ ਇਹ ਜਨਮ ਤੋਂ ਬ੍ਰਾਹਮਣ ਹੈ। ਜਨਮ ਤੋਂ ਬ੍ਰਾਹਮਣ ਤਾਂ ਬਹੁਤ ਲੋਕ ਹੋਏ ਨੇ, ਪਰ ਜੇ ਉਹ ਖੋਟਾ ਕੰਮ ਕਰਦਾ ਹੈ, ਜੇ ਉਹ ਇੱਕ ਬੰਦਾ ਮੰਨ ਲਓ ਕਿ ਬ੍ਰਾਹਮਣ ਹੈ, ਕਹਿੰਦੇ ਉਹ ਬ੍ਰਾਹਮਣ ਹੋ ਕੇ ਚੋਰੀ ਕਰਦਾ, ਉਹਦਾ ਸਾਰਾ ਕੁਝ ਹੀ ਬਦਲ ਗਿਆ, ਉਹਨੂੰ ਸਾਰੇ ਕਹਿੰਦੇ ਚੋਰ ਹੈ। ਹੁਣ ਉਹਨੂੰ ਬ੍ਰਾਹਮਣ ਕੋਈ ਨਹੀਂ ਕਹਿੰਦਾ, ਬ੍ਰਾਹਮਣ ਸਿਰਫ ਕਹਿੰਦੇ ਉਹਦਾ ਨਾਮ ਹੈ ਜਿਹੜਾ ਚੰਗਾ ਕਰਮ ਕਰਦਾ ਹੈ। ਬ੍ਰਾਹਮਣ ਸੋ ਜੋ ਬ੍ਰਹਮ ਜਾਣਾਤ, ਇਹ ਗੁਰਬਾਣੀ ਵਿੱਚ 2 ਵਾਰੀ ਆਇਆ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਕਹਿੰਦੇ ਬ੍ਰਾਹਮਣ ਸੋ ਜੋ ਬ੍ਰਹਮ ਜਨਾਤ, ਬ੍ਰਾਹਮਣ ਉਸ ਨੂੰ ਕਹਿੰਦੇ ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਹੈ। ਇਸ ਕਰਕੇ ब्रह्म बिंदा तिसदा ब्रह्मत रहे। वेद ग्रंथ भागत बखियात, ये 4 वेदां विच भी लिखिया ते गुरु ग्रंथ साहिब दे विच भी 2-3 वारी भगत कबीर जी ने भी लिखिया। कहंदे ये थोड़ी हुंदा कि ब्राह्मण दे घर पैदा हो गया ते तू नवां ही आ गया इत्थे दुनिया च, भी कोई भगती नहीं, कोई भावना नहीं, ते खीर पूड़े खा के ब्राह्मण नहीं बनदा। भगत कबीर जी कहंदे जाओ तू ब्राह्मण ब्राह्मणी जाया तो आन बाट काहे नहीं आया। कहंदे खीर पूड़े खा के बनदा। जद तक अपने आत्मा नूं नहीं जान लैंदा, ब्रह्म विच लीन नहीं हो जाता, उदों तक मैं नहीं ब्राह्मण मानदा तैनू। आश्रम ब्रह्मचारी चतवात, सो ये जिहड़ा होना कहंदे आश्रम किहनूं किहनूं कहंदे ने, एक तां होना ब्रह्मचारी, ये पहला आश्रम गिणिया है। गृहस्थ बान प्रस्थम संन्यास, ये 4 ने आश्रम किहड़े किहड़े, एक तां ब्रह्मचारी होना, एक गृहस्थी होना, एक बानप्रस्थी ਜਿਹੜੇ ਜੰਗਲਾਂ 'ਚ ਰਹਿੰਦੇ ਨੇ, ਇੱਕ ਸੰਨਿਆਸੀ ਹੋਣਾ। ਉਲੰਘੈ ਵਰਨਾਸ਼ਰਮ ਅਭਿਮਾਨ, ਹੁਣ ਅਤ ਵਰਨਾਸ਼ਰਮ ਇਹ ਜਿਹੜਾ ਹੈ ਲੰਘ ਜਾਂਦਾ ਵਰਨਾਸ਼ਰਮ ਦੀਆਂ ਗੰਢਾਂ ਨੂੰ, ਇਹਨਾਂ ਨੂੰ ਪਾਰ ਕਰ ਜਾਂਦਾ ਹੈ। ਅਤ ਵਰਨਾਸ਼ਰਮ ਮਾਨ ਸੁਜਾਨ, ਸੋ ਇਸ ਕਰਕੇ ਜਿਨ੍ਹਾਂ ਦੇ ਮਨ ਦੇ ਅੰਦਰੋਂ ਇਹ ਸਾਰੀਆਂ ਚੀਜ਼ਾਂ ਪਰੇ ਹੋ ਜਾਣ, ਵਰਨ ਆਸ਼ਰਮ ਮੁੱਕ ਜਾਣ, ਉਹ ਅਸਲੀ ਵਰਨ ਆਸ਼ਰਮੀ ਉਹ ਹੈ। ਪਹਿਲਾਂ ਤਾਂ ਦੁਨੀਆ ਬਾਰੇ ਦੱਸਦੇ ਨੇ ਕਿ ਦੁਨੀਆ ਨੇ 4 ਤਰ੍ਹਾਂ ਦੇ ਬੰਦੇ ਨੇ, ਇਹਨਾਂ ਦੇ ਵਿੱਚ ਸੋ ਜਿਹੜਾ ਬ੍ਰਹਮਚਰਜੀ ਹੈ, ਬ੍ਰਹਮਚਾਰਜ ਧਾਰਨ ਕਰਨ ਵਾਲਾ, ਗ੍ਰਸਤੀ ਹੈ, ਬਾਨਪ੍ਰਸਤੀ ਹੈ, ਸੰਨਿਆਸੀ ਹੈ। ਪਰ ਕਹਿੰਦੇ ਨੇ ਅਸਲੀ ਤਾਂ ਬੰਦਾ ਉਹੀ ਹੈ ਜਿਹੜਾ ਇਹਨਾਂ 4 ਤੋਂ ਵੀ ਉੱਪਰ ਚਲਿਆ ਜਾਵੇ। ਪਹਿਲਾਂ ਤਾਂ ਇਹ ਦੱਸਿਆ ਸੀ ਆਪਾਂ ਨੂੰ ਕਿ 4 ਜਾਤੀਆਂ ਨੂੰ ਵੱਡਾ ਨਾ ਮੰਨੋ, ਕਰਮ ਨੂੰ ਵੱਡਾ ਮੰਨੋ। ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਸ ਤਰ੍ਹਾਂ ਨਹੀਂ। ਕਹਿੰਦੇ ਉਹਦੇ ਕਰਮ ਅਨੁਸਾਰ ਬੰਦੇ ਦਾ ਨਾਮ ਗਿਣਿਆ ਜਾਂਦਾ ਹੈ। ਭਾਵੇਂ ਕੋਈ ਕਹਿੰਦਾ ਹੈ, ਭਗਤ ਰਵਿਦਾਸ ਜੀ ਦੇ ਮਗਰ ਪੈ ਗਏ ਬ੍ਰਾਹਮਣ ਇਕੱਠੇ ਹੋ ਕੇ, ਅਗੇ ਤੇਰੇ ਲੋਕ ਪੈਰੀਂ ਹੱਥ ਲਾਉਂਦੇ ਆ, ਤੈਨੂੰ ਮੱਥਾ ਟੇਕਦੇ ਆ, ਤੂੰ ਸਾਡੀ ਰੋਜੀ ਰੋਟੀ ਖਰਾਬ ਕਰਤੀ, ਤੂੰ ਕੀ ਮੰਤਰ ਮਾਰਿਆ। ਉਹ ਕਹਿੰਦੇ ਮੈਂ ਕੀ ਮੰਤਰ ਮਾਰ, ਕਿਦੋਂ ਕੱਲ ਤੱਕ ਤਾਂ ਤੂੰ ਉੱਥੇ ਚਮੜਾ ਢੋਂਦਾ ਹੁੰਦਾ ਸੀ ਤੇ ਹੁਣ ਤੂੰ ਬਣ ਗਿਆ ਵੱਡਾ, ਐਡੇ ਐਡੇ ਮੰਦਰ ਬਣਾ ਲਿਆ, ਰਾਣੀ ਝਾਲਾਂ ਬਾਈ ਤੂੰ ਆਪਣੀ ਬਣਾ ਲਈ ਇਸ ਤਰ੍ਹਾਂ, ਇਹਨਾਂ ਤੋਂ ਤੂੰ। ਉਹ ਕਹਿੰਦੇ ਭਾਈ ਮੈਂ ਕੁਛ ਨਹੀਂ ਕੀਤਾ, ਮੈਂ ਤਾਂ ਰਾਮ ਰਾਮ ਜਪਿਆ ਸੀ, ਉਹ ਮੇਰੇ ਹਿਰਦੇ 'ਚ ਵਸ ਗਿਆ। ਇਹ ਲੋਕ ਮੈਨੂੰ ਥੋੜੀ ਮੱਥਾ ਟੇਕਦੇ, ਇਹ ਤਾਂ ਰਾਮ ਨੂੰ ਮੱਥਾ ਟੇਕਦੇ। ਇਸ ਪ੍ਰਕਾਰ ਪੰਡਤਾਂ ਦੀ ਜਦ ਨਿਸ਼ਾ ਕਰਾਤੀ ਤਾਂ ਕਿਤੇ ਉਹਨਾਂ ਨੂੰ ਹੋਇਆ। ਇਸ ਕਰਕੇ ਪਹਿਲਾਂ ਤਾਂ ਇਹ ਦੱਸਿਆ ਕਿ ਬੰਦਾ ਆਪਣੇ ਕਰਮ ਅਨੁਸਾਰ ਹੀ ਉੱਚਾ ਹੁੰਦਾ ਹੈ, ਨਾ ਕਿ ਜਾਤਾਂ ਅਨੁਸਾਰ। ਦੂਸਰਾ ਇਹ ਦੱਸਦੇ ਨੇ ਕਿ ਬ੍ਰਹਮਚਾਰੀ ਹੈ ਜੀ, ਤੇ ਦਿਨੇ ਬ੍ਰਹਮਚਾਰੀ ਹੈ ਤੇ ਰਾਤ ਨੂੰ ਹੋਰ ਹੀ ਕੁਛ ਹੈ। ਤੇ ਕਹਿੰਦੇ ਉਹ ਗ੍ਰਸਤੀ ਬਣਿਆ ਹੋਇਆ, ਤੂੰ ਪਤਾ ਨਹੀਂ ਕੀ ਕੁਛ ਕਰਦਾ, ਤੇ ਬਾਣਪ੍ਰਸਤੀ ਬਣ ਕੇ ਮਾੜੇ ਕੰਮ ਕਰਦਾ, ਸੰਨਿਆਸੀ ਬਣ ਕੇ ਸੰਨਿਆਸੀ ਨਹੀਂ ਹੈ। ਕਹਿੰਦੇ ਇਹਨਾਂ ਗੱਲਾਂ ਨੂੰ ਛੱਡੋ, ਇਹਨਾਂ 4 ਤੋਂ ਉੱਪਰ ਜਿਹੜਾ ਵਰਨ ਆਸ਼ਰਮ ਦੀਆਂ ਗੰਢਾਂ ਨੂੰ ਲੰਘ ਜਾਂਦਾ ਹੈ, ਸ਼੍ਰੋਮਣੀ ਮਨੁੱਖ ਬਣ ਜਾਂਦਾ ਹੈ, ਉਹੀ ਸਾਰਿਆਂ ਨਾਲੋਂ ਵੱਡਾ ਜੋ ਹੈ, ਇਹ ਸਾਰਿਆਂ ਨਾਲੋਂ ਵੱਡਾ ਵਰਨ ਆਸ਼ਰਮੀ ਬਣਿਆ ਹੈ। ਅਤ ਵਰਨ ਆਸ਼ਰਮੀ ਬੇਵਿਚਾਰ, ਸੋ ਬੇਵਿਚਾਰ ਨਾ, ਕਹਿੰਦੇ ਬੇਵਿਚਾਰ ਨਾ ਕਰੇ, ਮਾੜੇ ਕਰਮ ਨਾ ਕਰੇ। ਉਹ ਹੈ ਅਤਿਅੰਤ ਹੀ ਅਨੰਨ ਭਗਤ ਰੱਬ ਦਾ, ਜਿਹੜਾ ਬ੍ਰਹਮ ਦੇ ਭਾਵ ਨੂੰ ਛੱਡ ਕੇ ਹੋਰ ਥਾਂ ਨਹੀਂ ਜਾਂਦਾ, ਕੇਵਲ ਤੇ ਕੇਵਲ ਇੱਕ ਬ੍ਰਹਮ ਨੂੰ ਹੀ ਦੇਖਦਾ, ਕਿਸੇ ਦੇ ਹੋਰ ਘਰ ਵੱਲ ਨਹੀਂ ਤੱਕਦਾ, ਕਿਸੇ ਦੀ ਮਾਇਆ ਵੱਲ ਨਹੀਂ ਤੱਕਦਾ। ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਹੈ ਨਾ ਸਾਰਾ ਕੁਛ। ਸੋ ਅਪਰਸ ਦੀ ਅਸ਼ਟਪਦੀ ਆ, ਪਰਸ ਹੈ, ਇਹ ਵਿਸ਼ਨ ਭਗਤ ਹੈ, ਇਹ ਫਲਾਨਾ ਹੈ। ਇਸ ਪ੍ਰਕਾਰ ਕਈ ਤਰ੍ਹਾਂ ਦੇ ਮਹਾਰਾਜ ਨੇ ਉਹ ਵੀ ਕਰਮ ਕਰਕੇ ਹੀ ਦਿਖਾਏ ਹਨ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ। ਬ੍ਰਹਮਨਿਸ਼ਠ ਆਤਮ ਧਰਮ ਧਾਰਨ,
ਸੋ ਜਿਹੜਾ ਧਰਮ ਹੈ, ਧਰਮ ਨੂੰ ਧਾਰਨਾ, ਇਸ ਪ੍ਰਕਾਰ ਦੇ ਨਾਲ ਬ੍ਰਹਮ ਨਿਸ਼ਠਾ ਹੋਣੀ, ਨਿਸ਼ਠਾ ਰੂਪੀ, ਆਤਮ ਨਿਸ਼ਠਾ ਰੂਪੀ ਧਰਮ ਤੋਂ ਜਦ ਇਹ ਧਰਮ ਦੇ ਵਿੱਚ ਲੀਨ ਹੁੰਦਾ ਜੀਵ, ਕਿ ਆਤਮ ਨਿਸ਼ਠਾ ਵਿੱਚ ਪੱਕਾ ਆਤਮ ਨਿਸ਼ਠਾ ਰੱਖਣੀ, ਆਤਮ ਵਿਸ਼ਵਾਸ ਰੱਖਣਾ ਕੇਵਲ ਬ੍ਰਹਮ ਦੇ ਅੰਦਰ। ਧਰਮ ਆਤਮਾ ਤੇ ਜਬ ਹੀਨ, ਕਹਿੰਦੇ ਉਹ ਤਾਂ ਹੈ ਵਰਨ ਆਸ਼ਰਮੀ, ਜਿਹੜਾ ਬ੍ਰਹਮ 'ਚ ਇੱਕ ਭਰੋਸਾ ਕਰਦਾ। ਜਿਹੜਾ ਬੰਦਾ ਬ੍ਰਹਮ ਤੋਂ ਭਰੋਸਾ ਡੁਲਾ ਲੈਂਦਾ ਆਪਣਾ, ਉਹਨੂੰ ਕੀ ਕਹੀਏ? ਕਹਿੰਦੇ ਉਹ ਤਾਂ ਧਰਮ ਤੋਂ ਹੀਣਾ ਹੋ ਗਿਆ, ਉਹ ਵਰਨ ਆਸ਼ਰਮੀ ਕਿਵੇਂ ਰਿਹਾ? ਰਹੇ ਅਨਾਤਮ ਧਰਮੰਗ ਲੀਨ। ਸੋ ਜਿਹੜਾ ਅਨਾਤਮ ਧਰਮ ਦੇ ਵਿੱਚ ਲੀਨ ਹੋ ਗਿਆ, ਭਾਵ ਸਰੀਰਾਂ ਦੇ ਸਵਾਦਾਂ ਤੱਕ ਸੀਮਤ ਹੈ, ਉਹਨੂੰ ਕਿਵੇਂ ਕਹਿ ਸਕਦੇ ਆ ਕਿ ਇਹ ਬੰਦਾ ਧਰਮੀ ਹੈ? ਇੱਥੇ ਅਧਰਮ ਦੀ ਗੱਲ ਕੀਤੀ ਹੈ ਕਿ ਅਧਰਮ ਜਿਹੜਾ ਹੈ ਨਾ, ਧਰਮ ਕੀ ਹੈ? ਆਤਮਾ ਨੂੰ ਜਾਣਨਾ ਹੀ ਧਰਮ ਹੈ। ਤੇ ਅਧਰਮ ਕੀ ਹੈ? ਜਿਹੜਾ ਬੰਦਾ ਸਰੀਰ ਨੂੰ ਹੀ ਆਪਣਾ ਆਤਮਾ ਮੰਨਦਾ ਗਲਤੀ ਨਾਲ, ਉਹ ਅਧਰਮੀ ਬਣ ਜਾਂਦਾ ਹੈ। ਇਹ ਅਧਰਮ ਕਰੀ ਜੈ ਵਰਣਾ। ਸੋ ਇਸ ਕਰਕੇ ਇਹ ਜਿਹੜਾ ਹੈ ਨਾ ਅਧਰਮ, ਇਸ ਅਧਰਮ ਨੂੰ ਜਿਹੜਾ ਧਾਰਨ ਵਾਲਾ ਹੈ, ਉਹਨੂੰ ਨਹੀਂ ਕਿਹਾ ਜਾਂਦਾ ਕਿ ਵਰਨ ਆਸ਼ਰਮੀ ਹੈ। ਸਤਿਨਾਮ ਸਿਮਰਨ ਨਹਿ ਮਰਣਾ, ਸਤਿਨਾਮ ਸਿਮਰਨ ਨਹਿ ਮਰਣਾ। ਕਹਿੰਦੇ ਮਰਨਾ ਕਿਹਨੂੰ ਕਹਿੰਦੇ ਆ ਜੀ? ਕਹਿੰਦੇ ਤੁਹਾਨੂੰ ਦੱਸਾਂ ਅਸਲੀ ਮਰਿਆ ਹੋਇਆ ਕੌਣ ਹੈ? ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇੱਥੇ ਵੀ ਉਹੀ ਕਹਿੰਦੇ ਨੇ, ਕਹਿੰਦੇ ਜਿਹੜਾ ਬੰਦਾ ਸਿਮਰਨ ਨਹੀਂ ਨਾ ਕਰਦਾ, ਉਹ ਮਰਿਆ ਹੋਇਆ ਜਾਣੋ। ਉਹ ਤਾਂ ਮਰੇ ਹੋਏ ਲੋਕ ਮੁਰਦੇ ਤੁਰੇ ਫਿਰਦੇ ਨੇ। ਅਥਵਾ ਸਚਦਾਨੰਦ ਸਰੂਪ, ਇਹ ਸਿਮਰਨ ਜੋ ਮਰਨ ਕਰੂਪ। ਕਹਿੰਦੇ ਇੱਕ ਤਾਂ ਹੁੰਦਾ ਜਿਹੜਾ ਨਾਮ ਨਾਲ ਸਿਮਰਨ ਨਾ ਕਰੇ ਨਾ, ਉਹ ਤਾਂ ਕਹਿੰਦੇ ਮਰਿਆ ਜਾਣੋ। ਇੱਕ ਬਹੁਤ ਭੈੜਾ ਮਰਿਆ ਜਾਣੋ। ਇਹ ਦੂਜੇ ਪੱਖ ਦਾ ਭੈੜਾ ਮਰਨਾ ਕਿਹੜਾ ਹੋ ਗਿਆ ਜੀ? ਇਹ ਤਾਂ ਕਹਿੰਦੇ ਮਰਿਆ ਹੋਇਆ, ਚਲੋ ਇੱਕ ਹੋ ਗਿਆ। ਦੂਜਾ ਕਹਿੰਦੇ ਤਾਂ ਬਾਹਲਾ ਹੀ ਮਰਿਆ ਹੋਇਆ, ਗਾਇ ਗਵਾਚਿਆ ਹੋ ਗਿਆ। ਕਹਿੰਦੇ ਉਹ ਕਿਹਨੂੰ ਕਿਹਾ? ਕਹਿੰਦੇ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਆ, ਮੈਂ ਆਤਮਾ ਹਾਂ, ਉਹ ਤਾਂ ਇਹਨੂੰ ਇੰਨਾ ਨਹੀਂ ਪਤਾ ਜਿਹਨੂੰ, ਕਹਿੰਦੇ ਉਹ ਤਾਂ ਜਾਣੋ ਭੈੜੀ ਮਿਰਤੂ ਮਰਿਆ ਪਿਆ, ਜਿਹਨੂੰ ਇਹ ਨਹੀਂ ਪਤਾ ਕਿ ਮੈਂ ਆਤਮਾ, ਜਿਹੜਾ ਇਹ ਕਹੀ ਜਾਂਦਾ ਕਿ ਮੈਂ ਸਰੀਰ ਹੀ ਹਾਂ। ਸਤਿਨਾਮ ਲਿਵ ਅਹੰਗ ਬ੍ਰਹਮ ਅਸਮੇ, ਇਸ ਵਿਦਿਆ ਕੀ ਉਤਪਤੀ ਜਨਮ। ਕਹਿੰਦੇ ਜੀ ਜਨਮ ਕਿਹਨੂੰ ਕਹਿੰਦੇ ਨੇ? ਜਿਵੇਂ ਆਪਾਂ ਕਹਿੰਦੇ ਸਤਿਗੁਰੂ ਕਾ ਜਨਮੇ ਗਵਨ ਮਿਟਾਇਆ। ਪੰਜ ਪਿਆਰੇ ਅੰਮ੍ਰਿਤ ਛਕਾ ਕੇ ਕਹਿੰਦੇ ਖਾਲਸਾ ਜੀ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ। ਜਦ ਆਪਾਂ ਅੰਮ੍ਰਿਤ ਛਕਦੇ ਹਾਂ, ਗੁਰੂ ਵਾਲੇ ਬਣਦੇ ਹਾਂ, ਗੁਰੂ ਘਰ 'ਚ ਨਵਾਂ ਜਨਮ ਹੁੰਦਾ ਹੈ। ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਦੇਵ ਕੌਰ ਮਾਤਾ ਜੀ ਨੇ, ਇਸ ਪ੍ਰਕਾਰ ਸਾਡਾ ਨਵਾਂ ਜਨਮ ਹੁੰਦਾ। ਕਹਿੰਦੇ ਜਿਹੜਾ ਬੰਦਾ ਇਹ ਜਾਣਦਾ ਹੈ ਕਿ ਜਨਮ ਕਿਹਨੂੰ ਕਹਿੰਦੇ ਨੇ? ਸਤਿਨਾਮ ਨੂੰ ਜਾਣਦਾ ਕਿ ਮੈਂ ਆਤਮਾ ਹਾਂ, ਬ੍ਰਹਮ ਰੂਪ ਹਾਂ, ਅਤੇ ਜਿਹੜਾ ਇਹ ਜਾਣਦਾ ਇਸ ਵਿਦਿਆ ਦੀ ਉਤਪਤੀ ਜਦੋਂ ਹੋ ਜਾਂਦੀ ਮਨ ਦੇ ਅੰਦਰ, ਬ੍ਰਹਮ ਵਿਦਿਆ ਦੀ, ਇਹ ਨਵਾਂ ਜਨਮ ਹੋ ਜਾਂਦਾ ਬੰਦੇ ਦਾ। ਵੈ ਸੰਸਾਰ ਕੀ ਪ੍ਰਾਪਤ ਜੋਏ, ਨਿਜ ਸਰੂਪ ਬਿਸਰੈ ਬਿਖ ਸੋਏ। ਹੁਣ ਕਹਿੰਦੇ ਜ਼ਹਿਰ ਤੇ ਅੰਮ੍ਰਿਤ ਦਾ ਨਿਰਣਾ ਕਰਦੇ ਨੇ, ਬਿਖ ਤੇ ਅੰਮ੍ਰਿਤ। ਕਹਿੰਦੇ ਹਵੈ ਸੰਸਾਰ ਕੀ ਪ੍ਰਾਪਤੀ ਜੋਏ, ਜਿਹੜੇ ਬੰਦੇ ਨੂੰ ਸੰਸਾਰ ਦੀ ਪ੍ਰਾਪਤੀ ਹੋ ਜਾਂਦੀ, ਭਾਵ ਸੰਸਾਰ ਦੇ ਵਿੱਚ ਲਿਵ ਲੱਗੀ ਜਿਹਦੀ, ਉਧਰ ਨੂੰ ਹੀ ਧਿਆਨ ਜ਼ਿਆਦਾ ਰਹਿੰਦਾ ਹੈ, ਤੇ ਜਿਹਦੀ ਸੰਸਾਰ ਵੱਲ ਧਿਆਨ ਹੋ ਗਿਆ ਤੇ ਨਿਜ ਸਰੂਪ ਵੱਲੋਂ ਵਿਸਰ ਗਿਆ। ਜਿਹੜਾ ਸੰਸਾਰ ਵੱਲ ਲੱਗ ਗਿਆ, ਆਪਣੇ ਸਰੂਪ ਨੂੰ ਭੁੱਲ ਕੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਇਹ ਮਾਨੋ ਬੰਦੇ ਨੇ ਜ਼ਹਿਰ ਪੀ ਲਈ ਹੈ। ਹੋਏ ਜੋ ਗਿਆਨ ਤੇ ਸਾਫੁਰਨ ਸਰੂਪ, ਸੋਈ ਅੰਮ੍ਰਿਤ ਮੋਖ ਅਨੂਪ। ਹੁਣ ਕਹਿੰਦੇ ਉਹੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਹੋਏ ਜੋ ਗਿਆਨ ਤੇ ਸਫੁਰਨ ਸਰੂਪ, ਸੋਈ ਅੰਮ੍ਰਿਤ ਮੋਖ ਅਨੂਪ। ਜਿਹੜਾ ਗਿਆਨ ਕਰਕੇ ਆਪਣਾ ਸਰੂਪ ਦਾ ਫੁਰ ਜਾਣਾ ਅੰਦਰ, ਗਿਆਨ ਕਰਕੇ ਆਪਣੇ ਆਤਮਿਕ ਗਿਆਨ ਹੋ ਜਾਣਾ ਹੈ। ਸੋ ਆਤਮਿਕ ਗਿਆਨ ਹੋਣ ਦਾ ਮਤਲਬ ਹੀ ਅੰਮ੍ਰਿਤ ਪੀਣਾ ਹੈ। ਮੋਖ ਮੁਕਤੀ ਦਾ
ਉਪਮਾ ਤੋਂ ਰਹਿਤ ਜਿਹੜਾ ਪ੍ਰਾਪਤੀ ਹੋ ਜਾਣੀ ਹੈ, ਆਪਣੇ ਸਰੂਪ ਦਾ ਜਾਣ ਲੈਣਾ ਹੀ ਮਾਨੋ ਅੰਮ੍ਰਿਤ ਪੀਣਾ ਹੈ ਤੇ ਆਪਣੇ ਸਰੂਪ ਦਾ ਭੁੱਲ ਜਾਣਾ ਹੀ ਜ਼ਹਿਰ ਖਾ ਲੈਣਾ ਹੈ। ਬਿਨ ਵਿਵਹਾਰ ਆਤਮਾ ਦੇਖ, ਇਹੀ ਵੱਡੋ ਗੁਣ ਸੁਮਤ ਪਰੇਕ। ਸੋ ਇਸ ਪ੍ਰਕਾਰ ਨਾਲ ਫੇਰ ਪਿੱਛੋਂ ਵਿਚਾਰ ਲਈਏ, ਕਹਿੰਦੇ ਜਿਹੜਾ ਤਾਂ ਸੰਸਾਰ ਦੀ ਪ੍ਰਾਪਤੀ ਕਰ ਲੈਣੀ ਹੈ ਤੇ ਆਪਣੇ ਸਰੂਪ ਨੂੰ ਭੁੱਲਣਾ ਹੈ, ਇਹੀ ਤਾਂ ਜ਼ਹਿਰ ਖਾਣਾ ਹੈ। ਅਤੇ ਜਿਹੜਾ ਆਪਣੇ ਅੰਦਰ ਸਰੂਪ ਦਾ ਗਿਆਨ ਹੋ ਜਾਣਾ, ਆਪਣੀ ਆਤਮਾ ਦਾ ਗਿਆਨ ਹੋ ਗਿਆ, ਇਹੀ ਅੰਮ੍ਰਿਤ ਛਕਣਾ ਹੈ। ਅਸਲ ਵਿੱਚ ਮੋਖ ਮੁਕਤੀ ਦਾ ਹੋ ਜਾਣਾ, ਆਪਣੇ ਅੰਦਰ ਆਤਮਾ ਨੂੰ ਦੇਖ ਲੈਣਾ, ਆਤਮਾ ਦਾ ਅੰਦਰ ਦੇਖਣਾ ਹੀ ਅੰਮ੍ਰਿਤ ਧਾਰੀ ਹੋਣਾ। ਅਸਲ ਵਿੱਚ ਬਾਹਰੋਂ ਅੰਮ੍ਰਿਤ ਧਾਰੀ ਪੰਜ ਪਿਆਰੇ ਬਣਾਉਂਦੇ ਨੇ ਆਪਾਂ ਨੂੰ, ਪਰ ਆਪਣਾ ਫਰਜ਼ ਬਣਦਾ ਕਿ ਅੰਮ੍ਰਿਤ ਅੰਦਰੋਂ ਵੀ ਪ੍ਰਗਟ ਕਰਨਾ ਆਪਾਂ ਨੇ। ਆਪਣੀ ਆਤਮਾ ਹੀ ਤਾਂ ਅੰਮ੍ਰਿਤ ਹੈ। ਜਦ ਤੱਕ ਉੱਥੇ ਨਹੀਂ ਜਾਂਦੇ ਉਦੋਂ ਤੱਕ ਪੂਰੇ ਅੰਮ੍ਰਿਤਧਾਰੀ ਨਹੀਂ ਬਣ ਸਕਦੇ। ਤਾਈਓ ਮਹਾਰਾਜ ਨੇ ਕਿਹਾ ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ। ਐਵੇਂ ਨਾ ਆਪਣੇ ਆਪ ਨੂੰ ਖਾਲਸਾ ਸਮਝੀ ਹੁਣ ਅੰਮ੍ਰਿਤ ਛਕ ਲਿਆ, ਜਿਵੇਂ ਕੋਈ ਪਹਿਲੇ ਦਿਨ ਹੀ ਅੰਮ੍ਰਿਤ ਛਕ ਕੇ ਗਾਤਰਾ ਪਾ ਕੇ ਚੌੜਾ ਹੋਇਆ ਹੋਵੇ, ਹੁਣ ਤਾਂ ਅਸੀਂ ਬ੍ਰਹਮ ਗਿਆਨੀ ਬਣ ਗਏ ਜੀ। ਕਿਉਂ? ਹੁਣ ਅੰਮ੍ਰਿਤ ਛਕ ਲਿਆ, ਪਹਿਲੇ ਦਿਨ ਅੰਮ੍ਰਿਤ ਛਕਣ ਬ੍ਰਹਮ ਗਿਆਨੀ ਬਣ ਜਾਂਦਾ ਕੋਈ। ਉਹ ਜਦ ਤੱਕ ਅੰਦਰ ਅੰਮ੍ਰਿਤ ਨਹੀਂ ਪ੍ਰਗਟ ਹੁੰਦਾ। ਹੁਣ ਆਪਣੇ ਨਲਕੇ ਦਾ ਪਾਣੀ ਉਤਰ ਗਿਆ, ਗੁਆਂਢੀਆਂ ਤੋਂ ਇੱਕ ਬਾਲਟੀ ਮੰਗ ਕੇ ਲਿਆਉਨੇ ਆ ਭਰ ਕੇ ਪਾਣੀ ਦੀ, ਫਿਰ ਨਲਕੇ 'ਚ ਪਾਉਨੇ ਆ, ਫਿਰ ਗੇੜਦੇ ਆ, ਜਦੋਂ ਥੱਲਿਓਂ ਧਰਤੀ 'ਚੋਂ ਪਾਣੀ ਚੁੱਕ ਲਿਆ ਫਿਰ ਕਹਿੰਦੇ ਹੁਣ ਪਾਣੀ ਆ ਗਿਆ ਸਾਡੇ ਵੀ। ਇਸ ਤਰ੍ਹਾਂ ਹੈ ਕਿ ਜਦੋਂ ਸਾਡਾ ਪਾਣੀ ਜਿਹੜਾ ਉੱਤੇ ਮਾਨੋ ਕਿ ਅੰਮ੍ਰਿਤ ਅੰਦਰ ਨਜ਼ਰ ਹੀ ਨਹੀਂ ਆ ਰਿਹਾ। ਪੰਜਾਂ ਪਿਆਰਿਆਂ ਨੇ ਪੰਜ ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਜਦੋਂ ਅੰਮ੍ਰਿਤ ਮੁਖ ਵਿੱਚ ਪਾਇਆ, ਉਹ ਬਾਰ-ਬਾਰ ਇਹਨੂੰ ਕਹਿੰਦੇ 15 ਵਾਰੀ ਕਹਾਉਂਦੇ ਨੇ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਬਾਰ-ਬਾਰ ਬੁਲਾਉਂਦੇ, ਉਹ ਕਹਿੰਦੇ ਖਾਲਸਾ ਵਾਹਿਗੁਰੂ 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 ਜਪੀ ਚੱਲ। ਫਿਰ ਤੈਨੂੰ ਅੰਤਰੀਵ ਗਿਆਨ ਹੋਵੇਗਾ ਜਦੋਂ ਆਤਮਾ ਦਾ, ਜਦ ਤੇਰੇ ਅੰਦਰੋਂ ਅੰਮ੍ਰਿਤ ਪ੍ਰਗਟ ਹੋ ਜਾਵੇਗਾ, ਤੇਰੀ ਜ਼ੁਬਾਨ ਵਿੱਚ ਮਿੱਠਾ ਰਸ ਆ ਜਾਵੇਗਾ, ਤਾਂ ਤੂੰ ਜਾਣੀ ਕਿ ਮੈਂ ਹੁਣ ਅੰਮ੍ਰਿਤ ਧਾਰੀ ਬਣ ਗਿਆ ਹਾਂ। ਬਿਨ ਵਿਵਹਾਰ ਆਤਮਾ ਦੇਖ, ਕਹਿੰਦੇ ਬਿਨਾਂ ਵਿਵਹਾਰ ਤੋਂ ਆਤਮਾ ਦੇਖ। ਤੇ ਇਸ ਪ੍ਰਕਾਰ ਦੇ ਨਾਲ ਕਹਿੰਦੇ ਬਿਨਾਂ ਵਿਵਹਾਰ ਤੋਂ ਹੋ ਜਾਣਾ ਤੇ ਆਤਮਾ ਨੂੰ ਦੇਖ ਲੈਣਾ, ਇਹੀ ਵੱਡੋ ਗੁਣ ਸਮਤ ਪਰੇਕ। ਇਹੀ ਸਾਰਿਆਂ ਨਾਲੋਂ ਵੱਡਾ ਹੈ ਗੁਣ, ਜਿਹੜਾ ਹੈ ਨਾ ਮਨ ਦੇ ਅੰਦਰ ਆਪਣੇ ਅੰਮ੍ਰਿਤ ਨੂੰ ਦੇਖਣਾ ਤੇ ਜਿਹੜਾ ਆਤਮਾ ਨੂੰ ਦੇਖਣਾ, ਇਹੀ ਸਾਰਿਆਂ ਨਾਲੋਂ ਵੱਡਾ ਗੁਣ ਹੈ। ਤਿਰਗੁਣ ਸਮੇਤ ਆਤਮਾ ਪਿਖੇ, ਵੱਡੋ ਦੁਖ ਗਿਆਨੀ ਇਹ ਲਖੇ। ਕਹਿੰਦੇ ਜਿਹੜਾ ਆਤਮਾ ਨੂੰ ਵਿਵਹਾਰ ਤੋਂ ਬਿਨਾਂ ਦੇਖਣਾ ਹੈ, ਭਾਵ ਤ੍ਰਿਗੁਣ ਜਿਹੜਾ ਹੈ ਨਾ ਉਹਦੇ ਤੋਂ ਪਰੇ ਜਾਣਨਾ, ਇਹਨੂੰ ਬੁੱਧੀਮਾਨ ਬੜਾ ਗੁਣ ਦੇਖਦੇ ਨੇ ਕਿ ਇਸੇ ਪ੍ਰਕਾਰ ਤਿੰਨਾਂ ਗੁਣਾਂ ਸਮੇਤ ਆਤਮਾ ਨੂੰ ਦੇਖੇ, ਜਿਹੜਾ ਇਹੀ ਸਾਰਿਆਂ ਨਾਲੋਂ ਮਾੜੀ ਗੱਲ ਹੈ। ਕਿਉਂਕਿ ਤਿੰਨਾਂ ਗੁਣਾਂ ਦੇ ਸਮੇਤ ਆਤਮਾ ਨਹੀਂ ਦੇਖਣੀ। ਆਤਮਾ ਨੂੰ ਤਾਂ ਆਪਾਂ ਨਿਰਗੁਣ ਵਿੱਚ ਦੇਖਣਾ, ਜਿੱਥੇ ਨਾ ਰਜੋ ਨਾ ਤਮੋ ਨਾ ਸਤੋ, ਬਾਕੀ ਸਾਰੀਆਂ ਚੀਜ਼ਾਂ ਆਪੇ ਆਏ। ਜਿੱਥੇ ਰਜੋ ਤਮੋ ਸਤੋ ਤਿੰਨੋਂ ਆ ਗਏ ਮੋਢੀ, ਉੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੀਆਂ ਚੀਜ਼ਾਂ ਹੀ ਇੱਕ ਪਾਸੇ ਦੀਆਂ ਆ ਗਈਆਂ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਇਹਨਾਂ ਤੋਂ ਬਿਨਾਂ ਆਤਮਾ ਨੂੰ ਦੇਖਣਾ ਜਿਹੜਾ ਹੈ, ਇਹੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਗਿਆਨ ਪਏ ਤੇ ਜੀਵਨ ਮੁਕਤ, ਜਦੋਂ ਬੰਦੇ ਨੂੰ ਗਿਆਨ ਹੋ ਜਾਂਦਾ ਹੈ ਉਦੋਂ ਬੰਦਾ ਜੀਵਨ ਮੁਕਤ ਹੋ ਜਾਂਦਾ ਹੈ। ਸੋ ਜਸ ਵਿਸਾਲ ਇਹੀ ਹੋਏ ਜੁਗਤ। ਸੋ ਇਹੀ ਸਾਰਿਆਂ ਨਾਲੋਂ ਵੱਡੀ ਜੁਗਤੀ ਆ ਕਿ ਸ੍ਰੇਸ਼ਟ ਜਸ ਇਸ ਜੀਵ ਦਾ ਹੁੰਦਾ ਹੈ। ਇੱਕ ਤਾਂ ਹੋ ਗਿਆ ਜਸ ਤੇ ਇੱਕ ਹੋ ਗਿਆ ਅਪਜਸ। ਜੀਵਨ ਮੁਕਤ ਨ ਆਤਮ ਗਿਆਨ, ਸੋ ਜਦੋਂ ਤੱਕ ਜਿਹੜਾ ਆਤਮ ਗਿਆਨ ਨਹੀਂ ਹੁੰਦਾ ਜੀਵਨ ਮੁਕਤੀ ਦੇ ਦੇਣ ਵਾਲਾ, ਸੋਈ ਅਪਜਸ ਮੈਦ ਮਹਾਨ। ਉਹੀ ਸਾਰਿਆਂ ਨਾਲੋਂ ਵੱਡਾ ਅਪਜਸ ਹੈ। ਉਸ ਸਰੀਰ ਦਾ, ਉਸ ਬੰਦੇ ਦਾ ਸਾਰਿਆਂ ਨਾਲੋਂ ਵੱਡਾ ਅਪਜਸ ਹੈ। ਜਦੋਂ ਬੰਦੇ ਨੂੰ ਗਿਆਨ ਨਹੀਂ ਹੋਇਆ ਤਾਂ ਉਹਦਾ ਹੀ ਅਪਜਸ ਹੁੰਦਾ ਹੈ। ਜਦੋਂ ਗਿਆਨ ਹੋ ਜਾਂਦਾ ਸਾਰਿਆਂ ਨਾਲੋਂ ਵੱਡਾ ਉਹੀ ਜਸ ਹੈ। ਜਿਹੜਾ ਆਪਾਂ ਗਿਆਨ ਤੋਂ ਹੀਣੇ ਮਰ ਜਾਂਦੇ ਆ। ਜਿਹੜਾ ਬੰਦਾ ਤਾਂ ਦੁਨੀਆ ਅੰਦਰ ਆਪਣੀ ਆਤਮਾ ਨੂੰ ਜਾਣ ਕੇ ਚੱਲਦਾ ਹੈ, ਆਪਣੇ ਗੁਣਾਂ ਨੂੰ ਦੇਖਦਾ ਹੈ, ਆਤਮਾ ਨੂੰ ਦੇਖ ਲੈਂਦਾ ਹੈ, ਉਹ ਬੰਦਾ ਜਦੋਂ ਚੜ੍ਹਾਈ ਕਰਦਾ, ਸਰੀਰ ਛੱਡਦਾ, ਉਹਨੂੰ ਬਵਾਨ ਲੈਣ ਆਉਂਦੇ ਨੇ, ਫੁੱਲਾਂ ਦੀ ਵਰਖਾ ਹੁੰਦੀ ਹੈ, ਜੈ ਜੈਕਾਰ ਹੁੰਦੀ ਆ ਉਹਦੀ। ਤੇ ਜਿਹੜਾ ਬੰਦਾ ਆਪਣੇ ਰੋਟੀ ਪਾਣੀ ਖਾ ਕੇ ਦੁਨੀਆ 'ਚੋਂ ਚੱਲਦਾ ਬਣਿਆ, ਕੱਪੜੇ ਲੀੜੇ ਪਾ ਕੇ, ਉਹਨੂੰ ਥੂ ਥੂ ਕਰਦੇ ਸਾਰੇ। ਉਹ ਕਹਿੰਦੇ ਉਹ ਬਸ ਆ ਗਿਆ ਰੋਟੀਆਂ ਖਾ ਕੇ,
ਉਹਦੀ ਬਹੁਤ ਬਦਨਾਮੀ ਹੁੰਦੀ ਪਰਲੋਕ ਵਿੱਚ। ਜਿਹੜਾ ਗਿਆਨ ਲੈ ਕੇ ਜਾਂਦਾ ਹੈ ਉਹਨੂੰ ਜਸ ਮਿਲਦਾ ਹੈ। दोहेरा बुद्ध रहे ब्रह्म भाव में ब्रह्माद शेक पर्यंत। ਸੋ ਜਿਨ੍ਹਾਂ ਦੀ ਬੁੱਧੀ ਹਮੇਸ਼ਾ ਬ੍ਰਹਮ ਦੇ ਵਿੱਚ ਹੀ ਲੀਨ ਰਹਿੰਦੀ ਹੈ, ਬੁੱਧੀ ਦਾ ਰੁਖ ਆਤਮਾ ਵੱਲ ਨੂੰ ਮੁੜ ਗਿਆ। ਪਹਿਲਾਂ ਭੁਲੇਖਾ ਜਿਹਾ ਸੀ ਬੁੱਧੀ ਨੂੰ ਕਿ ਸੰਸਾਰ ਸੱਚਾ ਹੈ, ਤੇ ਜਦੋਂ ਦਾ ਗੁਰਾਂ ਨੇ ਗਿਆਨ ਦਿੱਤਾ ਮੈਨੂੰ, ਉਹ ਨਹੀਂ ਸੰਸਾਰ ਨਹੀਂ ਸੱਚਾ, ਆਤਮਾ ਸੱਚੀ ਹੈ। ਤੇ ਮੈਂ ਐਵੇਂ ਭਟਕਦਾ ਰਿਹਾ ਸਾਰੀ ਜ਼ਿੰਦਗੀ। ਮੈਂ ਆਪਣੀ ਬੁੱਧੀ ਨੂੰ ਘੁਮਾ ਕੇ ਆਤਮਾ ਵੱਲ ਕਰ ਲਿਆ, ਤੇ ਆਤਮ ਭਾਵ ਵਿੱਚ ਜਦੋਂ ਬੁੱਧੀ ਨੂੰ ਰੱਖਿਆ, ਤੇ ਇਸ ਬ੍ਰਹਮ ਆਦਿਕ ਤੋਂ ਲੈ ਕੇ ਸਾਰਿਆਂ ਤੱਕ ਜਦੋਂ ਇਕਤਾ ਵਿੱਚ ਹੀ ਬੁੱਧੀ ਆ ਗਈ। इकता में निश्चल सोई पंडित संत। ਕਹਿੰਦੇ ਉਹੀ ਪੰਡਤ ਆ, ਉਹੀ ਸੰਤ ਆ ਜਿਹੜਾ ਬ੍ਰਹਮ ਆਦਿਕ ਤੋਂ ਲੈ ਕੇ ਸ਼ੇਸ਼ਨਾਗ ਤੱਕ, ਭਾਵ ਆਕਾਸ਼ ਵਾਸੀਆਂ ਤੋਂ ਲੈ ਕੇ ਪਤਾਲ ਵਾਸੀਆਂ ਤੱਕ ਬੁੱਧੀ ਬ੍ਰਹਮ ਭਾਵ ਵਿੱਚ ਰੱਖੇ, ਏਕਤਾ ਵਿੱਚ ਨਿਸ਼ਚਾ ਪਕਾ ਲਵੇ। ਉਹੀ ਸਾਰਿਆਂ ਨਾਲੋਂ ਵੱਡਾ ਸੰਤ ਹੈ, ਉਹੀ ਪੰਡਤ ਹੈ, ਉਹੀ ਭਗਤ ਹੈ, ਜਿਹਦੀ ਬੁੱਧੀ ਸਾਰੇ ਬ੍ਰਹਮ ਨੂੰ ਦੇਖਣ ਲੱਗ ਜਾਂਦੀ ਹੈ। जो पे हंग ममता अभिमानी थे रोगी सो संसारे जे। ਕਹਿੰਦੇ ਜੀ ਰੋਗੀ ਕਿਹਨੂੰ ਕਹਿੰਦੇ ਨੇ? ਮਹਾਰਾਜ ਕਹਿੰਦੇ ਜਿਹਦੇ ਅੰਦਰ ਹੰਗਤਾ, ਮਮਤਾ, ਅਭਿਮਾਨ ਵੜਿਆ ਹੋਇਆ ਨਾ, ਉਹ ਬੰਦਾ ਦੁਨੀਆ ਅੰਦਰ ਰੋਗੀ ਹੈ, ਸਾਰਿਆਂ ਨਾਲੋਂ ਵੱਡਾ। अहंग ममता अभिमान तेहीन ज्ञान स्वरूप अरोगी चीन। ਹੁਣ ਕਹਿੰਦੇ ਅਰੋਗੀ ਕੌਣ ਹੈ ਜੀ? ਕਹਿੰਦੇ ਜਿਹੜਾ ਹੰਗਤਾ, ਮਮਤਾ, ਅਭਿਮਾਨ ਇਹਨਾਂ ਤਿੰਨਾਂ ਤੋਂ ਬਿਨਾਂ ਹੋ ਜਾਂਦਾ ਹੈ, ਜਿਹਦੇ ਅੰਦਰ ਸਰੂਪ ਦਾ ਗਿਆਨ ਹੋ ਜਾਂਦਾ ਹੈ, ਉਹ ਬੰਦਾ ਅਰੋਗ ਹੈ। ਜਿਵੇਂ ਬਾਣੀ ਅੰਦਰ ਫਰਮਾਇਆ ਹੈ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਮਾਇਆ ਨੂੰ ਮਹਾਰਾਜ ਨੇ ਸਾਰਿਆਂ ਨਾਲੋਂ ਵੱਡਾ ਰੋਗ ਗਿਣਿਆ। ਕਹਿੰਦੇ ਨੇ ਰੋਗ ਰੂਪ ਮਾਇਆ ਨਾ ਵਿਆਪੈ ਔਰ ਹਉਮੈ ਦੀਰਘ ਰੋਗ ਹੈ। ਇਹ ਜਿਹੜੇ ਰੋਗ ਨੇ, ਇਹ ਸਾਰਿਆਂ ਨਾਲੋਂ ਜਿਹਨੂੰ ਚਿੰਬੜੇ ਹੋਣ ਰੋਗ, ਉਹ ਰੋਗੀ ਹੈ, ਤੇ ਜਿਹਨੂੰ ਇਹ ਨਹੀਂ ਹਨ ਰੋਗ, ਉਹ ਅਰੋਗ ਹੈ। बुद्ध अनात्म में सो रोगे। ਸੋ ਜਿਨ੍ਹਾਂ ਦੀ ਬੁੱਧੀ ਅਨਾਤਮ ਵਿੱਚ ਫਸੀ ਹੋਈ ਹੈ, ਉਹ ਰੋਗੀ ਜਾਣੋ। ਕਿ ਜਿਨ੍ਹਾਂ ਦੀ ਬੁੱਧੀ ਹਲੇ ਤੱਕ ਆ ਸਰੀਰਾਂ ਦੀਆਂ ਮੌਜ ਮਸਤੀਆਂ ਵਿੱਚ ਹੀ ਹੈ, ਇਹ ਤਾਂ ਭਾਈ ਬੜਾ ਭਾਰੀ ਰੋਗੀ ਬੰਦਾ ਹੈ। ब्रह्म बुद्ध ते जान अरोगे। ਜਿਨ੍ਹਾਂ ਦੀ ਬੁੱਧੀ ਬ੍ਰਹਮ ਦੇ ਵਿੱਚ ਹੈ, ਘੁੰਮਣਾ ਹੀ ਆ ਬਸ ਮਾੜਾ ਜਿਹਾ। ਜਿਨ੍ਹਾਂ ਦੀ ਬੁੱਧੀ ਅੰਤਰਾਤਮੇ ਘੁੰਮ ਗਈ ਆਤਮਾ ਵੱਲ, ਉਹ ਬੰਦਾ ਰੋਗ ਰਹਿਤ ਹੈ। ਜਿਨ੍ਹਾਂ ਦੀ ਬੁੱਧੀ ਸੰਸਾਰ ਵੱਲ ਘੁੰਮੀ ਹੋਈ ਹੈ ਹਲੇ ਤੱਕ, ਉਹ ਰੋਗੀ ਹੈ। आत्म धन प्राप्त सो धने। ਕਹਿੰਦੇ ਜੀ ਧਨੀ ਕਿਹਨੂੰ ਕਹਿੰਦੇ ਨੇ? ਗੁਰਮਤਿ ਅਨੁਸਾਰ ਦੱਸੋ ਤਾਂ ਕਹਿੰਦੇ ਜਿਹਦੇ ਕੋਲ ਆਤਮਿਕ ਧਨ ਪ੍ਰਾਪਤ ਹੋ ਜਾਵੇ, ਜਿਹਨੂੰ ਆਤਮਾ ਦਾ ਗਿਆਨ ਹੋ ਜਾਵੇ, ਉਹ ਭਾਵੇਂ ਪਾਟੇ ਕੱਪੜਿਆਂ 'ਚ ਰਹੇ, ਟੁੱਟੀ ਝੌਂਪੜੀ 'ਚ ਰਹੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਭਰਮਿੰਨਾ, ਮਿੱਤਰ ਨਾ ਤਾਨੇ ਠਰੂਪ ਹਿਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਕਹਿੰਦੇ ਉਹ ਸਾਰੀ ਦੁਨੀਆ ਦਾ ਕਿਆ ਤਿੰਨਾਂ ਲੋਕਾਂ ਦਾ ਰਾਜਾ, ਜਿਸਨੋਂ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। बिन आत्म पाए निर्धने। ਜਿਹੜੇ ਬੰਦੇ ਨੂੰ ਆਤਮਿਕ ਗਿਆਨ ਨਹੀਂ ਹੋਇਆ, ਸਰੀਰਕ ਤੌਰ ਤੇ ਜਿਹੜਾ ਬਸ ਬਾਹਰੋਂ ਸੋਹਣੇ ਭਾਵੇਂ ਕਿੰਨੇ ਹੀਰੇ ਪਾ ਲਵੇ, ਮੋਤੀ ਪਾ ਲਵੇ, ਕਰੋੜਾਂ ਅਰਬਾਂ ਖਰਬਾਂ ਪਤੀ ਬਣ ਜਾਵੇ, ਸਰੀਰਕ ਤੌਰ ਤੇ ਸਾਰਾ ਕੁਝ ਠੀਕ ਹੈ, ਪਰ ਮਹਾਰਾਜ ਕਹੇ ਜੇ ਕੰਗਾਲ ਨੂੰ ਪਰੇ ਰੱਖੋ। ਜਾ ਕੇ ਤ੍ਰਿਸ਼ਨਾਦਿਕ ਹੈ ਵਹੀ ਜਾਨ ਕੰਗਾਲ। ਇਹ ਜਿਹੇ ਨੂੰ ਕਿੱਥੇ ਲਿਆਉਣੇ ਸਾਡੇ ਕੋਲ? ਕਹਿੰਦੇ ਇਹ ਤਾਂ ਮਾਇਆ ਧਾਰੀ ਹੈ, ਇਹ ਤਾਂ ਅੰਨਾ ਬੋਲਾ ਹੈ। ਇਹੋ ਜਿਹੇ ਬੰਦੇ ਕੰਗਾਲ ਹਨ। जग्यासी नर चाहे जोशे। ਜਿਹੜਾ ਜਗਿਆਸੂ ਆਪਣੀ ਕਲਿਆਣ ਚਾਹੁੰਦਾ ਹੈ, उत्तम कर्म करे हित दे। ਕਹਿੰਦੇ ਉਹ ਹਿੱਤ ਦੇ ਕੇ ਪਿਆਰ ਨਾਲ ਸਾਰਿਆਂ ਨਾਲੋਂ ਉੱਤਮ ਕੰਮ ਕਰੇ। ने अब लाखा फल के करे। वे निष्काम वृत्ति दृढ़ धरै। ਜਿਹੜਾ ਅਭਿਲਾਖਾ ਨਾ ਕਰੇ ਫਲ ਦੀ, ਨਿਸ਼ਕਾਮ ਹੋ ਕੇ ਇੱਕ ਰਸ ਕਰਮ ਕਰੇ। ਕੰਮ ਤਾਂ ਕਰੋ। ਉਹ ਜਿਹੜੇ ਮਜ਼ਦੂਰ ਜੇ ਆਪਾਂ ਆਮ ਲਾਉਨੇ ਆ ਘਰਾਂ 'ਚ, ਉਹ ਦੂਜੇ ਕੁ ਦਿਨ ਹੀ ਮੰਗ ਲੈਂਦੇ ਨੇ। ਕਹਿੰਦੇ ਉਹ ਪਹਿਲੇ ਦਿਨ ਗੁਰਦੁਆਰਿਆਂ ਝਾੜੂ ਮਾਰਿਆ, ਥੋੜਾ ਬਹੁਤ ਕਰਿਆ, ਕਰਾ ਕੇ ਆ ਕੇ ਖੜ ਗਏ, ਮਹਾਰਾਜ ਮੈਨੂੰ ਲੱਖਾਂ ਪਤੀ ਬਣਾ ਦਿਓ। ਮਹਾਰਾਜ ਦਾ ਹਾਸਾ ਨਿਕਲੂ, ਹੋਰ ਕੀ ਕਰਨਗੇ? ਮਹਾਰਾਜ ਕਹਿਣਗੇ ਵਾ ਜਿਹੜੇ ਇੰਨੇ ਸਾਲ ਦੇ ਆਉਂਦੇ ਆ, ਇਹਨੇ ਤਾਂ ਕਦੇ ਕੁਝ ਨਹੀਂ ਮੰਗਿਆ, ਆ ਤੂੰ ਪਹਿਲੇ ਦਿਨ ਹੀ ਆ ਕੇ ਮੰਗੀ ਜਾਂਦਾ।
ਇਹ ਤੂੰ ਸਕਾਮ ਕਰਮ ਕਰਨਾ ਹੈ ਕਿ ਨਿਸ਼ਕਾਮ ਕਰਮ ਕਰਨਾ ਆ? ਉਹ ਨਿਸ਼ਕਾਮੀ ਬਣੋ ਭਾਈ, ਜਪੋ ਵਾਹਿਗੁਰੂ, ਕਰੋ ਸੇਵਾ, ਪਰ ਦਾਤੇ ਨੂੰ ਇਹ ਕਹੋ ਜੋ ਤੁਹਾਨੂੰ ਪਾਉਂਦਾ ਉਹ ਦੇ ਦਿਓ, ਮੇਰੇ ਤੇ ਮਿਹਰ ਕਰੋ। ਨਿਸ਼ਕਾਮ ਹੋਣਾ ਸਿੱਖਣਾ ਹੈ। ਸਿੱਖ ਬਣਨਾ ਕਿ ਨਹੀਂ ਬਣਨਾ ਆਪਾਂ ਨੇ? ਜੇ ਤਾਂ ਐਵੇਂ ਖਾਮ ਖਾਈ ਸਿੱਖ ਕਹਾਉਣਾ ਆਪਣੇ ਆਪ ਨੂੰ, ਫੇਰ ਤਾਂ ਜਿਵੇਂ ਮਰਜ਼ੀ ਤੁਹਾਡੀ ਮਰਜ਼ੀ ਰਹੀ ਜਾਓ, ਫੇਰ ਤੁਹਾਨੂੰ ਕੋਈ ਨਹੀਂ ਟੋਕਦਾ। ਜੇ ਗੁਰੂ ਦੇ ਅੱਛੇ ਪੁੱਤ ਬਣਨਾ, ਜੇ ਸਿੱਖ ਬਣਨਾ, ਤਾਂ ਮਹਾਰਾਜ ਕਹਿੰਦੇ ਨਿਸ਼ਕਾਮ ਹੋਣਾ ਸਿੱਖੋ। ਸਭ ਕੁਝ ਕਰਕੇ ਵੀ ਆਖੋ ਮੈਂ ਕੁਝ ਨਹੀਂ ਕੀਤਾ, ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ। ਮਹਾਰਾਜ ਬੜੇ ਪ੍ਰਸੰਨ ਹੁੰਦੇ ਵੀ ਇਹ ਮੇਰਾ ਪੁੱਤ ਕੁਝ ਨਹੀਂ ਮੰਗਦਾ, ਚੰਗਾ ਪੁੱਤ ਤੈਨੂੰ ਤਿੰਨਾਂ ਲੋਕਾਂ ਦਾ ਰਾਜ ਦਿੰਦਾ ਮੈਂ, ਤੇ ਜਿਹੜਾ ਕਹਿੰਦਾ ਮੈਨੂੰ ਆਹ ਦੇ ਦਿਓ ਆਹ ਦੇ ਦਿਓ, ਉਹਨੂੰ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ, ਤੂੰ ਤੇ ਰੋਜ਼ ਹੀ ਮੰਗਤਾ ਬਣਿਆ ਰਹਿਣਾ ਮੇਰਾ। ਇਸ ਕਰਕੇ ਮਹਾਰਾਜ ਕਹਿੰਦੇ ਨਿਸ਼ਕਾਮ ਹੋ ਕੇ ਜਪੋ ਵਾਹਿਗੁਰੂ 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 ਵਾਹਿਗੁਰੂ। ਪਈ ਕਰਬੇ ਕਰਮ ਪੰਜ ਪ੍ਰਕਾਰ, ਇਕ ਤੋ ਨਿਤ ਕਰਮ ਏਤ ਧਾਰ। ਮੱਜਨ ਗੁਰਬਾਣੀ ਕੋ ਪਠਨਾ, ਸੰਧਿਆ ਆਦਿਕ ਸਤ ਨਾਮ ਸੋ ਰਟਨਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ, ਪਾਵਨ ਪਵਿੱਤਰ ਉਪਦੇਸ਼ ਸ਼ਰਵਣ ਕਰ ਰਹੇ ਹਾਂ। ਗੁਰਸਿੱਖਾਂ ਦੀ ਰਹਿਤ ਮਰਿਆਦਾ ਜੋ ਕੱਲ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ। ਗੁਰੂ ਕਿਸ ਨੂੰ ਕਹਿੰਦੇ ਨੇ, ਸਿੱਖ ਕੌਣ ਹੁੰਦਾ ਹੈ, ਸਿੱਖ ਦਾ ਭਾਵ ਕੀ ਹੈ? ਸੋ ਇਸ ਪ੍ਰਕਾਰ ਦੇ ਬਹੁਤ ਸਾਰੇ ਪ੍ਰਸ਼ਨ ਉੱਤਰ, ਜਿਨ੍ਹਾਂ ਦੇ ਵਿੱਚ ਆਪਣੇ ਕਲਿਆਣ ਵਾਸਤੇ ਕਈ ਤਰ੍ਹਾਂ ਦੀਆਂ ਗੁਰਮਤਿ ਦੀਆਂ ਸੇਧਾਂ ਬਖਸ਼ਿਸ਼ ਕਰ ਰਹੇ ਨੇ। ਹੁਣ ਆਓ ਅੱਗੇ ਪਿਆਰ ਨਾਲ ਸ਼ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਕਰਬੇ ਕਰਮ ਪੰਜ ਪ੍ਰਕਾਰ, ਇਕ ਤੋਂ ਨਿਤ ਕਰਮ ਏਤ ਧਾਰ। ਸੋ ਕੱਲ ਪਹਿਲਾਂ ਆਇਆ ਸੀ ਨਿਸ਼ਕਾਮਤਾ। ਜਿਹੜਾ ਵੀ ਕਰਮ ਕਰਨਾ ਹੈ ਉਹ ਨਿਸ਼ਕਾਮ ਹੋ ਕੇ ਕਰਨਾ। ਹੁਣ ਕਹਿੰਦੇ ਨੇ ਪੰਜ ਪ੍ਰਕਾਰ ਦੇ ਜਿਹੜੇ ਕਰਮ ਨੇ ਉਹ ਇਸ ਪ੍ਰਕਾਰ ਦੇ ਨਾਲ ਕਰਨੇ ਨੇ ਕਿ ਰੋਜ਼ ਦਾ ਜਿਹੜਾ ਕਰਮ ਹੈ ਉਹਨੂੰ ਕਹਿੰਦੇ ਨਿਤ ਕਰਮ। ਇਹਨਾਂ ਦੇ ਨਾਮ ਪਹਿਲਾਂ ਆ ਚੁੱਕੇ ਨੇ, ਹੁਣ ਇਹਨਾਂ ਦਾ ਵਿਸਥਾਰ ਦੱਸਦੇ ਹਨ। ਇਕ ਤੋਂ ਨਿਤ ਕਰਮ ਏਤ ਧਾਰ, ਮੱਜਨ ਗੁਰਬਾਣੀ ਕੋ ਪਠਨਾ। ਸੋ ਇਹ ਇੱਕ ਤਾਂ ਨਿਤ ਕਰਮ ਹੈ ਸਾਡਾ। ਮੱਜਨ ਹੁੰਦਾ ਇਸ਼ਨਾਨ ਕਰਨਾ ਰੋਜ਼ ਨਿਤਨੇਮ ਅਨੁਸਾਰ, ਫਿਰ ਗੁਰੂ ਦੀ ਬਾਣੀ ਪੜ੍ਹਨੀ, ਪੰਜ ਬਾਣੀਆਂ ਦਾ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਦਾ ਪਾਠ, ਆਸਾ ਦੀ ਵਾਰ, ਹੋਰ ਜਿੰਨੀਆਂ ਬਾਣੀਆਂ ਕੰਠ ਨੇ ਉਹ ਪੜ੍ਹਨੀਆਂ। ਸੰਧਿਆ ਆਦਿਕ ਸਤ ਨਾਮ ਸੁਰਟਨਾ। ਸੰਧਿਆ ਸਮੇਂ ਸ਼ਾਮ ਨੂੰ ਰਹਿਰਾਸ ਜੀ ਦਾ ਪਾਠ, ਇਹਦੇ ਨਾਲ ਫਿਰ ਆਰਤੀ ਵੀ ਪੜ੍ਹ ਲੈਣੀ ਚੰਗੀ ਹੈ। ਰਾਤ ਨੂੰ ਕੀਰਤਨ ਸੋਹਰੇ ਦਾ ਪਾਠ, ਅਤੇ ਜਿਹੜਾ ਰੋਜ਼ ਦਾ ਸਾਡਾ ਕਰਮ ਹੈ ਉਹਦੇ ਵਿੱਚ ਇਹ ਵੀ ਆ ਜਾਂਦਾ ਹੈ ਕਿ ਹਰ ਵਕਤ ਸਵਾਸ ਸਵਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕੇ ਨਮਿਤ ਤੇ ਕਰਨ ਜੋ ਲਹੈ। ਸੋ ਇਸ ਕਰਕੇ ਕਹਿੰਦੇ ਨੇ ਜਿਹੜੇ ਕਰਮ ਨੇ ਨਿਮਿਤਕ ਕਰਮ ਆਦਿਕ, ਜਿਹਦੇ ਕਿਸੇ ਦੇ ਨਿਮਿਤ ਕਰਨੇ ਨੇ, ਜਿਵੇਂ ਕੋਈ ਪਹਿਲਾਂ ਵੀ ਆਇਆ ਸੀ ਆਪਣੇ ਪੁੱਤਰ ਲਈ ਕਰਮ ਕਰਨਾ, ਉਹਨਾਂ ਦੇ ਭਲੇ ਵਾਸਤੇ, ਪਰਿਵਾਰ ਦੇ ਭਲੇ ਲਈ ਪਾਠ ਕਰਨਾ, ਅਖੰਡ ਪਾਠ ਸਾਹਿਬ, ਬਜ਼ੁਰਗਾਂ ਵਾਸਤੇ, ਕਿਸੇ ਲਈ ਵੀ ਜਿਹੜਾ ਆਪਾਂ ਕਰਮ ਕਰਦੇ ਆ ਕਿ ਫਲਾਣੇ ਦਾ ਭਲਾ ਹੋ ਜਾਵੇ, ਫਲਾਣੇ ਦੀ ਚੜ੍ਹਦੀ ਕਲਾ ਹੋਵੇ, ਇਸ ਤਰ੍ਹਾਂ ਜਿਹੜੇ ਦੂਸਰੇ ਨਿਮਿਤ ਕਰਨੇ ਨੇ ਇਹਨਾਂ ਨੂੰ ਨਿਮਿਤ ਕਰਮ ਕਿਹਾ ਜਾਂਦਾ ਹੈ। ਪ੍ਰਾਸ਼ਚਿਤ ਆਦਿਕ ਤ੍ਰਿਤੀਯੋ ਧਰੈ। ਤੀਸਰਾ ਜਿਹੜਾ ਕਰਮ ਹੈ, ਜਿਵੇਂ ਕੋਈ ਗਲਤੀ ਹੋ ਜਾਂਦੀ ਇਨਸਾਨ ਤੋਂ, ਫਿਰ ਉਹਦਾ ਪ੍ਰਾਸ਼ਚਿਤ ਕਰਨਾ, ਮਨ ਦੇ ਅੰਦਰ ਪਛਤਾਵਾ ਕਰਨਾ, ਇਹ ਫਿਰ ਪ੍ਰਾਸ਼ਚਿਤ ਕਰਮ ਵਿੱਚ ਉਹਦੇ ਨਿਮਿਤ ਬਾਣੀ ਪੜ੍ਹਨੀ, ਪੰਜਾਂ ਪਿਆਰਿਆਂ ਨੇ ਸਜ਼ਾ ਲਾਉਣੀ, ਇਹ ਤੇ ਆਦਿਕ ਜਿਹੜੇ ਪ੍ਰਾਸ਼ਚਿਤ ਕਰਮ ਨੇ ਕਰਨੇ ਜੋ ਕਰਨੇ ਚਾਹੀਦੇ ਨੇ। ਚਤੁਰਥ ਹੈ ਉਪਾਸਨਾ ਰੂਪ, ਪੂਜਨ ਆਪਣੋ ਇਸ਼ਟ ਅਨੂਪ। ਸੋ ਇਸ ਪ੍ਰਕਾਰ ਦੇ ਨਾਲ ਪ੍ਰਾਸ਼ਚਿਤ ਕਰਮ ਜਦੋਂ ਹੋ ਗਏ, ਹੁਣ ਚੌਥਾ ਹੈ ਉਪਾਸਨਾ। ਉਪਾਸਨਾ ਜਿਹੜਾ ਹੈ ਪੂਜਨ ਆਦਿਕ ਕਰਨਾ ਆਪਣੇ ਇਸ਼ਟ ਦੇਵ ਦਾ। ਇਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਭਾਵ ਜਿਹੜੀ ਹੈ ਪ੍ਰਕਾਸ਼ ਕਰਨਾ, ਸੁਖਾਸਨ ਕਰਨਾ, ਰੁਮਾਲੇ ਧੋਣੇ, ਬ੍ਰਸ਼ ਕਰਨੇ, ਸਾਰੀ ਸੇਵਾ। ਸੋ ਜਿਸ ਪ੍ਰਕਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਸੇਵਾ ਹੈ ਭਾਵਨਾ ਨਾਲ ਕਰਨੀ ਹੈ। ਇਹ ਚਾਰੋਂ ਸ਼ੁਭ ਕਰੈ ਸਦੀਵ, ਹੋਏ ਨਿਸ਼ਕਾਮ ਭਲੇ ਨਿਰਨੀਵ। ਇਹ ਚਾਰੇ ਜਿਹੜੇ ਨਾ ਬੜੇ ਪਿਆਰ ਨਾਲ ਕਰਨੇ ਚਾਹੀਦੇ ਨੇ ਕਰਮ, ਨੀਵਾਂ ਹੋ ਕੇ, ਨਿਸ਼ਕਾਮ ਹੋ ਕੇ, ਨੀਵਾਂ ਹੋ ਕੇ, ਨਿਮਰਤਾ ਨਾਲ ਇਹਨਾਂ ਕਰਮਾਂ ਨੂੰ ਕਰੇ। ਪਰਮੇਸ਼ਰ ਕੈ ਸਤਿਗੁਰ ਪਾਸ, ਅਰਪੈ ਸਕਲ ਕਰਮ ਨਿਰਜਾਸ। ਹੁਣ ਪਰਮੇਸ਼ਰ ਜੀ ਦੇ ਪਾਸ, ਸਤਿਗੁਰਾਂ ਦੇ ਪਾਸ ਜਿੰਨਾ ਕਰਮ ਕਰਦੇ ਹਾਂ ਉਹ ਅਰਪਣ ਕਰਨਾ ਹੈ। ਇਹ ਨਹੀਂ ਕਹਿਣਾ ਕਿ ਮੈਂ ਕੀਤਾ ਹੈ, ਗੁਰਾਂ ਦੇ ਅਰਪਣ ਕਰਨਾ। ਅਸੀਂ ਕੌਣ ਹੁੰਦੇ ਕਰਨ ਵਾਲੇ, ਔਰ ਇਹ ਸਭ ਕੁਛ ਆਪ ਜੀ ਦਾ ਹੀ ਕਰਵਾਇਆ ਹੋਇਆ ਹੈ। ਕਰਮ ਪੰਚੋਂ ਨਿਖਿਧ ਪਛਾਨ, ਆਦਿਕ ਪਰ ਇਸਤਰੀ ਰਤ ਠਾਨ। ਪੰਜਵਾਂ ਕਰਮ ਹੈ ਨਿਖਿਧ ਕਰਮ, ਹੁੱਕਾ, ਹਜਾਮਤ, ਹਲਾਲੋ, ਹਰਾਮ, ਚਾਰ ਜਿਹੜੀਆਂ ਕੁਰੈਤਾਂ ਨੇ, ਜਾਂ ਫਿਰ ਕਿਸੇ ਦੀ ਨਿੰਦਾ ਕਰਨੀ, ਚੁਗਲੀ ਕਰਨੀ, ਚੋਰੀ ਕਰਨੀ, ਪਰ ਇਸਤਰੀ ਗਮਨ ਕਰਨਾ। ਇਹ ਚੀਜ਼ਾਂ ਜਿਹੜੀਆਂ ਕਹਿੰਦੇ ਇਹਨਾਂ ਤੋਂ, ਨਿਖਿਧ ਚੀਜ਼ਾਂ ਤੋਂ ਗੁਰਸਿੱਖ ਬਚ ਕੇ ਰਹੇ। ਇਨਕੋ ਅੰਗੀਕਾਰ ਨਾ ਕਰੈ, ਜੋ ਨਰ ਸ਼੍ਰੇ ਚਾਕੂ ਧਰੈ। ਜਿਹੜਾ ਬੰਦਾ ਇਹ ਚਾਹੁੰਦਾ ਕਿ ਮੇਰੀ ਸ਼ਰੀਕ ਤੋਂ ਭਾਵ ਹੁੰਦੀ ਸ਼ਰੀਕ ਕਲਿਆਣ, ਜਿਹੜਾ ਬੰਦਾ ਆਪਣੀ ਕਲਿਆਣ ਚਾਹੁੰਦਾ, ਆਪਣਾ ਭਲਾ ਚਾਹੁੰਦਾ ਹੈ, ਇਹ ਜਿਹੜੇ ਕਰਮ ਨੇ ਨਾ ਦੇਖਣ ਨੂੰ ਤਾਂ ਬਹੁਤ ਚੰਗੇ ਨੇ, ਸਵਾਦਲੇ ਵੀ ਨੇ, ਪਰ ਇਹ ਸਾਰਾ ਕੁਝ ਜਿੰਨਾ ਕੁਝ ਹੈ ਨਾ, ਜੋ ਕਿਛ ਕਰੈ ਸੋ ਨਰਕ ਪਰੈ। ਜਿੰਨਾ ਵੀ ਕੁਝ ਕਰਮ ਕਰਦਾ ਹੈ ਦੇਖਣ ਮਾਤਰ ਚੰਗੇ ਨੇ। ਫਰੀਦਾ